सच की है। वट इज़ ट्रुथ। ਜਿਹੜੇ ਤਲ 'ਤੇ ਅਸੀਂ ਜ਼ਿੰਦਗੀ ਜਿਉਂਦੇ ਹਾਂ ਤੇ ਆਮ ਹੀ ਕਿਹਾ ਜਾਂਦਾ ਕਿ ਸੱਚ ਬੋਲਣਾ ਚਾਹੀਦਾ ਹੈ। ਮੈਂ ਤਾਂ ਸੱਚ ਬੋਲਦਾ ਭਾਵੇਂ ਅਗਲੇ ਨੂੰ ਬੁਰਾ ਲੱਗੇ ਜਾਂ ਚੰਗਾ ਲੱਗੇ। ਪਰ ਕੀ ਜਿਹਨੂੰ ਅਸੀਂ ਸੱਚ ਮੰਨਿਆ ਹੋਇਆ ਹੈ ਉਹ ਸੱਚ ਹੈ? ਗੁਰੂ ਨਾਨਕ ਜੀ ਨੂੰ ਪੁੱਛਦੇ ਹਾਂ ਕਿ ਸੱਚ ਦੀ ਪਰਿਭਾਸ਼ਾ ਕੀ ਹੈ। ਵੈਸੇ ਤਾਂ ਉਹਦੀ ਪਰਿਭਾਸ਼ਾ ਕੀਤੀ ਨਹੀਂ ਜਾ ਸਕਦੀ, ਪਰ ਫਿਰ ਵੀ ਗੁਰੂ ਨਾਨਕ ਜੀ ਕਹਿੰਦੇ ਨੇ ਸੱਚ ਕੀ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਨੇ ਆਦਿ ਸੱਚ, ਇਹਦੇ 'ਚ ਅਸੀਂ ਅਰਥ ਪੜ੍ਹੀਏ ਜੋ ਟੀਕਾਕਾਰਾਂ ਨੇ ਕੀਤੇ ਨੇ ਉਹ ਇਹੀ ਕੀਤੇ ਨੇ ਕਿ ਜਦੋਂ ਇਹ ਸੰਸਾਰ ਦੀ ਉਤਪੱਤੀ ਹੋਈ, ਜਦੋਂ ਸੰਸਾਰ ਦੀ ਰਚਨਾ ਹੋਈ ਤੇ ਉਦੋਂ ਆਦਿ ਦੇ ਵਿੱਚ ਜੋ ਸੀ ਉਹ ਸੱਚ ਹੈ। ਪਰ ਸਾਨੂੰ ਇੱਦਾਂ ਲੱਗਦਾ ਕਿ ਸੰਸਾਰ ਦੀ ਰਚਨਾ ਕਿਤੇ ਬਹੁਤ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇੱਕਦਮ ਕਿਤੋਂ ਹੋਈ। ਨਦੀਆਂ, ਪਹਾੜ, ਚੰਦਰਮਾ, ਸੂਰਜ, ਪਸ਼ੂ ਪਕਸ਼ੀ, ਇਨਸਾਨ ਬਣਾਏ ਗਏ, ਰਚਨਾ ਕੀਤੀ ਗਈ। ਪਰ ਗੱਲ ਇੱਦਾਂ ਨਹੀਂ ਹੈ। ਇਸ ਸੰਸਾਰ ਦੀ ਰਚਨਾ ਪਲ ਪਲ 'ਚ ਹੋ ਰਹੀ ਹੈ। ਹਰ ਪਲ ਸੰਸਾਰ ਬਣ ਰਿਹਾ, ਹਰ ਪਲ ਸੰਸਾਰ ਖਤਮ ਹੋ ਰਿਹਾ, ਮੋਮੈਂਟ ਟੂ ਮੋਮੈਂਟ। ਸੋ ਗੁਰੂ ਜੀ ਕਹਿੰਦੇ ਨੇ ਆਦਿ ਸੱਚ, ਇਹਦਾ ਅਰਥ ਇਹ ਹੈ ਕਿ ਜੋ ਵੀ ਤੂੰ ਸੋਚ ਸਕਦਾ ਹੈ, ਜੋ ਉਸ ਤੋਂ ਪਹਿਲਾਂ ਜੋ ਵੀ ਤੂੰ ਵਿਚਾਰ ਕਰ ਸਕਦਾ ਹੈ, ਜੋ ਵੀ ਤੂੰ ਸੋਚ ਵਿਚਾਰ ਮਨ ਦੇ ਅੰਦਰ ਆਪਣੇ ਜਿੰਨੀ ਮਰਜ਼ੀ ਡੂੰਘਾਈ 'ਚ ਜਾ ਕੇ ਕਰ ਸਕਦਾ ਹੈ, ਜੋ ਉਸ ਸੋਚ ਵਿਚਾਰ ਤੋਂ ਪਹਿਲਾਂ ਹੈ ਉਹਦਾ ਨਾਮ ਹੈ ਸੱਚ। ਆਦਿ ਸੱਚ ਤੇਰੇ ਹੋਣ ਤੋਂ ਪਹਿਲਾਂ, ਅਰਥ ਹੈ ਕਿ ਜੋ ਵੀ ਤੂੰ ਸੋਚਦਾ, ਸਾਡਾ ਹੋਣਾ ਕੀ ਹੈ? ਸਾਡਾ ਹੋਣਾ ਸਿਰਫ ਸੋਚਣਾ ਹੈ। ਜੋ ਵੀ ਅਸੀਂ ਆਪਣੇ ਆਪ ਨੂੰ ਸਮਝਿਆ ਹੋਇਆ ਉਹ ਸਿਰਫ ਸੋਚ ਹੈ, ਵਿਚਾਰ ਹੈ, ਖਿਆਲ ਹਨ। ਸੋ ਆਦਿ ਸੱਚ ਉਹਨਾਂ ਵਿਚਾਰਾਂ, ਉਹਨਾਂ ਖਿਆਲਾਂ ਤੋਂ ਪਹਿਲਾਂ ਜੋ ਮੌਜੂਦ ਹੈ, ਜੋ ਹੈ, ਉਹਨੂੰ ਕਹਿੰਦੇ ਨੇ ਸੱਚ। ਜੁਗਾਦ ਸੱਚ, ਇਹਦੇ ਅਰਥ ਇਹ ਕੀਤੇ ਗਏ ਨੇ ਕਿ ਯੁੱਗਾਂ ਤੋਂ ਪਹਿਲਾਂ ਜੋ ਯੁੱਗ ਨੇ, ਉਸ ਤੋਂ ਪਹਿਲਾਂ ਜੋ ਮੌਜੂਦ ਹੈ, ਯੁੱਗਾਂ ਤੋਂ ਪਹਿਲਾਂ ਜੋ ਮੌਜੂਦ ਸੀ ਜਿਹਨੂੰ ਕਿਹਾ ਜਾਂਦਾ ਹੈ, ਉਹਦਾ ਨਾਮ, ਉਹਨੂੰ ਸੱਚ ਕਿਹਾ ਗਿਆ। ਪਰ ਨਹੀਂ, ਜੁਗਾਦ ਦਾ ਅਰਥ ਹੈ ਕਿ ਟਾਈਮ। ਯੁੱਗ ਦਾ ਅਰਥ ਹੁੰਦਾ ਹੈ ਸਮਾਂ, ਟਾਈਮ। ਜੋ ਸਮੇਂ ਤੋਂ ਪਹਿਲਾਂ ਮੌਜੂਦ ਹੈ ਉਹ ਸੱਚ ਹੈ। ਤੇ ਅਸੀਂ, ਜੋ ਸਾਡੀ ਜ਼ਿੰਦਗੀ ਹੈ ਉਹ ਸਮੇਂ ਦੇ ਅੰਦਰ ਮੌਜੂਦ ਹੈ, ਸਮੇਂ ਤੋਂ ਬਾਹਰ ਨਹੀਂ। ਜੋ ਸਮੇਂ ਤੋਂ ਬਾਹਰ ਹੈ ਉਹ ਹੈ ਸੱਚ। ਤੇ ਸਾਡਾ ਜੀਵਨ, ਸਾਡਾ ਹੋਣਾ ਕੀ ਹੈ? ਸਮੇਂ ਦੇ ਅੰਦਰ। ਅਸੀਂ ਇੱਕ ਸਮੇਂ ਦੇ ਅੰਦਰ ਪੈਦਾ ਹੁੰਦੇ ਹਾਂ, ਕੁਝ ਸਮੇਂ ਲਈ ਅਸੀਂ ਜ਼ਿੰਦਗੀ ਜਿਉਂਦੇ ਹਾਂ ਅਤੇ ਉਸ ਸਮੇਂ ਤੋਂ ਬਾਅਦ ਅਸੀਂ ਮਰ ਜਾਂਦੇ ਹਾਂ। ਸੋ ਗੁਰੂ ਨਾਨਕ ਜੀ ਕਹਿੰਦੇ ਨੇ ਸਮੇਂ ਤੋਂ ਪਹਿਲਾਂ ਜੋ ਮੌਜੂਦ ਹੈ, ਬਿਯੋਂਡ ਟਾਈਮ, ਜਿਹਦੇ ਉੱਪਰ ਨਾ ਜਨਮ ਦਾ ਕੋਈ ਅਸਰ ਹੈ, ਨਾ ਮੌਤ ਦਾ ਕੋਈ ਅਸਰ ਹੈ, ਨਾ ਕੋਈ ਦੁੱਖ ਦਾ ਅਸਰ ਹੈ, ਨਾ ਕੋਈ ਸੁੱਖ ਦਾ ਅਸਰ ਹੈ, ਉਹ ਹੈ ਸੱਚ। ਫਿਰ ਕਹਿਣ ਲੱਗੇ ਹੈ ਭੀ ਸੱਚ। ਇਹ ਨਹੀਂ ਕਿ ਉਹ ਆਦਿ ਵਿੱਚ ਸੀ ਅਤੇ ਜੁਗਾਦ ਵਿੱਚ ਸੀ, ਟਾਈਮ ਤੋਂ ਪਹਿਲਾਂ ਸੀ, ਸਪੇਸ ਤੋਂ ਪਹਿਲਾਂ ਸੀ। ਸਪੇਸ ਦਾ ਅਰਥ ਹੁੰਦਾ ਹੈ ਥਾਂ। ਜੋ ਵੀ ਅਸੀਂ ਦੇਖਦੇ ਹਾਂ ਉਹ ਕਿਸੇ ਥਾਂ ਦੇ ਵਿੱਚ ਮੌਜੂਦ ਹੈ। ਕੋਈ ਕਮਰਾ ਹੈ, ਕੋਈ ਪਹਾੜ ਹੈ, ਕੋਈ ਨਦੀ ਹੈ, ਅਸੀਂ ਹਾਂ, ਸਾਡਾ ਸਰੀਰ ਹੈ। ਇਹ ਸਮੇਂ ਦੇ ਅੰਦਰ, ਟਾਈਮ ਅਤੇ ਸਪੇਸ ਦੇ ਅੰਦਰ ਹੈ। ਪਰ ਜੋ ਸੱਚ ਹੈ, ਜੋ ਟਰੁੱਥ ਹੈ, ਉਹ ਸਪੇਸ ਅਤੇ ਟਾਈਮ ਤੋਂ ਪਾਰ ਹੈ, ਬਿਯੋਂਡ ਸਪੇਸ ਐਂਡ ਟਾਈਮ। ਸੋ ਨਾਨਕ ਜੀ ਕਹਿੰਦੇ ਨੇ ਇਹ ਨਹੀਂ ਕਿ ਸਮੇਂ ਤੋਂ ਪਹਿਲਾਂ, ਜਿਵੇਂ ਆਦਿ ਸੱਚ ਜੁਗਾਦ ਸੱਚ ਦੇ ਜੋ ਅਰਥ ਕੀਤੇ ਗਏ ਨੇ ਕਿ ਉਹ ਜਦੋਂ ਰਚਨਾ ਹੋਈ ਉਸ ਤੋਂ ਪਹਿਲਾਂ ਸੀ, ਜੋ ਯੁੱਗਾਂ ਤੋਂ ਪਹਿਲਾਂ ਸੀ, ਜੋ ਨਹੀਂ। ਗੁਰੂ ਜੀ ਕਹਿੰਦੇ ਨੇ ਹੈ ਭੀ ਸੱਚ, ਉਹ ਹੁਣ ਵੀ ਮੌਜੂਦ ਹੈ। ਉਹਨੂੰ ਅਸੀਂ ਵੀ ਜਾਣ ਸਕਦੇ ਹਾਂ। ਜੇ ਹੁਣ ਮੌਜੂਦ ਨਾ ਹੋਏ ਤਾਂ ਉਹਨੂੰ ਜਾਣਨ ਦਾ ਕੋਈ ਵੀ ਸਾਡੇ ਕੋਲ ਟੈਕਨੀਕ ਨਹੀਂ, ਉਹਨੂੰ ਜਾਣਨ ਦੀ ਕੋਈ ਵੀ ਸਾਡੇ ਮਨ ਦੇ ਅੰਦਰ ਇੱਛਾ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨੂੰ ਜਾਣਿਆ ਨਹੀਂ ਜਾ ਸਕਦਾ। ਕਿਉਂਕਿ ਜੋ ਮੌਜੂਦ ਹੀ ਨਹੀਂ, ਉਹਨੂੰ ਜਾਣੋਗੇ ਕਿੱਦਾਂ?
ਗੁਰੂ ਜੀ ਕਹਿੰਦੇ ਨੇ ਹੈ ਭੀ ਸੱਚ ਇਸ ਵੇਲੇ, ਰਾਈਟ ਨਾਓ ਵੀ ਹੈ, ਨਾਨਕ ਹੋਸੀ ਭੀ ਸੱਚ। ਤੇ ਉਹ ਜਦੋਂ ਤੱਕ ਇਸ ਦੁਨੀਆ 'ਚ ਇਹ ਦੁਨੀਆ ਚੱਲਦੀ ਰਹੇਗੀ, ਇਨਸਾਨ ਪੈਦਾ ਹੁੰਦੇ ਰਹਿਣਗੇ, ਉਦੋਂ ਤੱਕ ਉਹ ਸੱਚ ਰਹੇਗਾ। ਇਹਦਾ ਅਰਥ ਹੈ ਕਿ ਜਿੰਨੇ ਵੀ ਇਨਸਾਨ ਨੇ, ਜਿੰਨੇ ਵੀ ਦੁਨਿਆਵੀ ਮਨੁੱਖ ਨੇ, ਹਰ ਮਨੁੱਖ ਉਸ ਸੱਚ ਨੂੰ ਜਾਣ ਸਕਦਾ ਹੈ। ਪਰ ਕਿਉਂਕਿ ਸਾਨੂੰ ਸੱਚ ਦਾ ਪਤਾ ਨਹੀਂ, ਸੱਚ ਦੇ ਹੋਰ ਵੀ ਨਾਂ ਨੇ ਜੋ ਗੁਰਬਾਣੀ ਨੇ ਦੱਸੇ ਨੇ। ਇੱਕ ਨਾਮ ਹੈ ਇੱਕ ਓੰਕਾਰ, ਜਿਹਨੂੰ ਗੁਰਬਾਣੀ ਦੇ ਸ਼ੁਰੂਆਤ 'ਚ ਦੱਸਿਆ ਗਿਆ। ਇੱਕ ਨਾਮ, ਉਸ ਸੱਚ ਨੂੰ ਸਿਰਫ ਨਾਮ ਕਿਹਾ ਗਿਆ ਗੁਰਬਾਣੀ 'ਚ, ਨਾਮ। ਉਸ ਸੱਚ ਨੂੰ ਪਰਮਾਤਮਾ ਵੀ ਕਿਹਾ ਗਿਆ, ਉਸ ਸੱਚ ਨੂੰ ਆਤਮਾ ਵੀ ਕਿਹਾ ਗਿਆ, ਉਸ ਸੱਚ ਨੂੰ ਪ੍ਰਭੂ ਪਿਆਰਾ ਵੀ ਕਿਹਾ ਗਿਆ। ਉਹ ਸਾਰੇ ਡਿਫਰੈਂਟ ਨਾਮ ਨੇ, ਪਰ ਹੈ ਉਹ ਸੱਚ ਹੀ। ਇਸ਼ਾਰਾ ਉਹ ਇਸ ਇੱਕ ਦੇ ਵੱਲ ਹੀ ਹੈ। ਸੋ ਗੁਰੂ ਜੀ ਕਹਿੰਦੇ ਨੇ ਹੈ ਭੀ ਸੱਚ, ਉਹ ਇਸ ਵੇਲੇ ਵੀ ਮੌਜੂਦ ਹੈ, ਰਾਈਟ ਹੇਅਰ ਰਾਈਟ ਨਾਓ। ਨਾਨਕ ਹੋਸੀ ਭੀ ਸੱਚ, ਹੇ ਨਾਨਕ ਤੂੰ ਉਹ ਸੱਚ ਨੂੰ ਜਾਣ ਸਕਦਾ ਹੈ, ਤੂੰ ਉਹ ਸੱਚ ਹੋ ਸਕਦਾ ਹੈ। ਹੋਸੀ ਭੀ, ਤੂੰ ਵੀ ਉਹ ਸੱਚ ਹੋ ਸਕਦਾ ਹੈ। ਕਿਵੇਂ ਹੋ ਸਕਦਾ ਹਾਂ? ਜੋ ਜੋ ਅਸੀਂ ਆਪਣੇ ਆਪ ਨੂੰ ਸਮਝਿਆ ਹੋਇਆ ਉਹ ਕਿੱਥੇ ਹੈ? ਜਾਂ ਤਾਂ ਉਹ ਸਮੇਂ 'ਚ ਹੈ ਜਾਂ ਉਹ ਥਾਂ 'ਚ ਹੈ। ਤੁਸੀਂ ਆਖਦੇ ਹੋ ਮੈਂ, ਤੁਸੀਂ ਕੀ ਆਖਦੇ ਹੋ ਇਸ ਸਰੀਰ ਨੂੰ? ਸਰੀਰ ਕੀ ਹੈ? ਸਰੀਰ ਸਪੇਸ ਦੇ ਵਿੱਚ ਹੈ, ਥਾਂ ਦੇ ਵਿੱਚ ਹੈ। ਅਤੇ ਹੋਰ ਮੈਂ ਕੀ ਹੈ? ਜੋ ਤੁਸੀਂ ਆਖਦੇ ਹੋ ਕਿ ਮੇਰਾ ਜਨਮ ਇਸ ਸੰਨ ਦੇ ਵਿੱਚ ਹੋਇਆ, ਹੁਣ ਤੁਸੀਂ ਆਪਣੇ ਆਪ ਨੂੰ ਸਮੇਂ ਦੇ ਵਿੱਚ ਮੌਜੂਦ ਕਰ ਦਿੱਤਾ। ਸੋ ਸੱਚ ਦੀ ਪਰਿਭਾਸ਼ਾ, ਜੋ ਸੱਚ ਦਾ ਗਿਆਨ ਸਾਨੂੰ ਗੁਰੂ ਜੀ ਨੇ ਦੱਸਿਆ, ਉਹ ਇਹ ਦੱਸਿਆ ਹੈ ਕਿ ਉਹ ਸਭ ਤੋਂ ਪਹਿਲਾਂ ਮੌਜੂਦ ਹੈ, ਸਮੇਂ ਤੋਂ ਵੀ, ਥਾਂ ਤੋਂ ਵੀ, ਯੁਗਾਂ ਤੋਂ ਵੀ, ਇਸ ਸ੍ਰਿਸ਼ਟੀ ਦੇ ਪੈਦਾ ਹੋਣ ਤੋਂ ਪਹਿਲਾਂ। ਸ੍ਰਿਸ਼ਟੀ ਕੀ ਹੈ? ਸਾਡਾ ਮਨ, ਸਾਡੇ ਵਿਚਾਰ। ਜਦੋਂ ਮਨ ਐਕਟਿਵ ਹੁੰਦਾ ਹੈ, ਵਿਚਾਰ ਸ਼ੁਰੂ ਹੁੰਦੇ ਨੇ, ਉਦੋਂ ਸੰਸਾਰ ਉਤਪੰਨ ਹੁੰਦਾ। ਉਸ ਤੋਂ ਪਹਿਲਾਂ ਸੰਸਾਰ ਨਹੀਂ ਹੁੰਦਾ। ਰਾਤ ਨੂੰ ਤੁਸੀਂ ਸੋ ਜਾਂਦੇ ਹੋ ਅਤੇ ਡੀਪ ਸਲੀਪ ਦੇ ਅੰਦਰ ਕੋਈ ਸੰਸਾਰ ਨਹੀਂ ਰਹਿ ਜਾਂਦਾ, ਕੋਈ ਸਰੀਰ ਨਹੀਂ ਰਹਿ ਜਾਂਦਾ। ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਕਿੱਥੇ ਸੁੱਤਾ, ਬੈੱਡ 'ਤੇ ਸੁੱਤਾ, ਮੰਜੇ 'ਤੇ ਸੁੱਤਾ, ਇੰਡੀਆ 'ਚ ਸੁੱਤਾ ਕਿ ਅਮੈਰੀਕਾ 'ਚ ਸੁੱਤਾ, ਧਰਤੀ 'ਤੇ ਸੁੱਤਾ ਕਿ ਅਸਮਾਨ 'ਚ ਪਿਆ। ਕੋਈ ਗਿਆਨ ਨਹੀਂ ਰਹਿ ਜਾਂਦਾ। ਸੋ ਮਨ ਹੀ ਸੰਸਾਰ ਹੈ। ਸੋ ਮਨ ਤੋਂ ਪਹਿਲਾਂ ਜੋ ਹੈ, ਜੋ ਮਨ ਨੂੰ ਵੀ ਜਾਣਦਾ ਹੈ, ਉਹ ਹੈ ਸੱਚ। ਉਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਜਦੋਂ ਅਸੀਂ ਝੂਠ ਨੂੰ ਛੱਡਾਂਗੇ। ਝੂਠ ਕੀ ਹੈ? ਜੋ ਸਮੇਂ 'ਚ ਹੈ ਸਭ ਝੂਠ ਹੈ। ਸਮੇਂ 'ਚ ਕੀ ਹੈ? ਜੋ ਵੀ ਅਸੀਂ ਸੁਣਦੇ ਹਾਂ, ਜੋ ਵੀ ਅਸੀਂ ਜਾਣਦੇ ਹਾਂ, ਜੋ ਵੀ ਅਸੀਂ ਮੰਨਦੇ ਹਾਂ, ਜੋ ਵੀ ਅਸੀਂ ਬੋਲਦੇ ਹਾਂ, ਜੋ ਵੀ ਅਸੀਂ ਕਰਦੇ ਹਾਂ, ਸਭ ਝੂਠ ਹੈ। ਤਾਂ ਹੀ ਇਹ ਸੰਸਾਰ ਨੂੰ ਗੁਰਬਾਣੀ ਨੇ ਸੁਪਨਾ ਕਿਹਾ, ਝੂਠ ਕਿਹਾ। ਸੁਪਨਾ ਇਹ ਸੰਸਾਰ। ਸੋ ਸੱਚ ਨੂੰ ਜਾਣਨ ਦਾ ਗੁਰੂ ਜੀ ਨੇ ਇਸ ਦੋਨਾਂ ਪੰਕਤੀਆਂ 'ਚ ਸਾਨੂੰ ਟੈਕਨੀਕ ਦੱਸੀ ਹੈ ਕਿਵੇਂ ਜਾਣਿਆ ਜਾ ਸਕਦਾ ਹੈ। ਸੱਚ ਨੂੰ ਜਾਣਨ ਦੀ ਸਿਰਫ ਇੱਕ ਹੀ ਟੈਕਨੀਕ ਹੈ ਕਿ ਝੂਠ ਨੂੰ ਛੱਡ ਦਿਓ। ਜੋ ਵੀ ਝੂਠ ਹੈ ਉਹਨੂੰ ਦੇਖਦੇ ਜਾਓਗੇ ਕਿੱਥੇ ਕਿੱਥੇ ਝੂਠ ਹੈ। ਜਦੋਂ ਝੂਠ ਤੁਸੀਂ ਬਿਲਕੁਲ ਖ਼ਤਮ ਕਰ ਦਿੰਦੇ ਹੋ, ਕੂੜ ਦੀ ਪਾਲ ਜੋ ਅੱਗੇ ਇਸੇ ਬਾਣੀ ਦੇ ਅੰਦਰ ਅੱਗੇ ਜਾ ਕੇ ਆਏਗਾ, ਗੁਰੂ ਜੀ ਪੁੱਛਣਗੇ ਕਿਵ ਸਚਿਆਰਾ ਹੋਈ ਹੈ, ਜੋ ਸੱਚ ਹੈ ਉਹਨੂੰ ਕਿਵੇਂ ਜਾਣਿਆ ਜਾਏ? ਅਤੇ ਆਨਸਰ ਦਿੰਦੇ ਨੇ ਕਿਵ ਕੂੜਾ ਟੁੱਟਿਆ ਪਾਲ, ਜਿਹੜੀ ਉਹ ਪਾਲ ਹੈ ਝੂਠ ਦੀ ਕਿਵੇਂ ਟੁੱਟਿਆ? ਕੁਐਸਚਨ ਕੀਤੇ ਨੇ। ਫਿਰ ਆਨਸਰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਤੇਰੇ ਨਾਲ ਹੀ ਹੈ। ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਕਿਧਰੇ ਭਟਕਣ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਨਹੀਂ। ਬਸ ਝੂਠ ਨੂੰ ਝੂਠ ਜਾਣ ਲੈ। ਜੋ ਵੀ ਤੂੰ ਕਰ ਰਿਹਾ, ਜੋ ਵੀ ਤੂੰ ਮੰਨਿਆ ਹੋਇਆ ਆਪਣੇ ਆਪ ਨੂੰ, ਸਭ ਝੂਠ ਹੈ, ਕਿਉਂਕਿ ਸਭ ਸਮੇਂ ਦੇ ਅੰਦਰ ਹੈ। ਸੱਚ ਕੀ ਹੈ? ਸਮੇਂ ਤੋਂ ਪਾਰ। ਸੱਚ ਕੀ ਹੈ? ਜੋ ਸਭ ਤੋਂ ਪਾਰ ਹੈ, ਜੋ ਸਭ ਤੋਂ ਪਹਿਲਾਂ ਹੈ। ਬਸ ਆਪਣੇ ਮਨ ਦੇ ਅੰਦਰ ਵਿਚਾਰ ਕਰਦਾ ਜਾ ਕਿ ਮੈਂ ਕੀ ਹਾਂ, ਆਪਣੇ ਆਪ ਨੂੰ ਦੇਖਦਾ ਜਾ। ਜੋ ਵੀ ਤੂੰ ਦੇਖੇਗਾ ਉਹ ਤੈਨੂੰ ਸਮੇਂ ਦੇ ਅੰਦਰ ਮੌਜੂਦ ਲੱਗੇਗਾ। ਉਹਦਾ ਕੋਈ ਆਕਾਰ ਹੋਏਗਾ, ਉਹ ਕਿਸੇ ਥਾਂ ਦੇ ਵਿੱਚ ਹੋਏਗਾ। ਸਰੀਰ ਤੇਰਾ ਆਕਾਰ ਹੈ, ਥਾਂ ਹੈ। ਵਿਚਾਰ ਤੇਰੇ ਆਕਾਰ ਹਨ, ਬਾਹਰੋਂ ਆ ਰਹੇ ਨੇ। ਸੋ ਇਵੇਂ ਕਰਦਿਆਂ ਹੋਇਆਂ ਹੋਸੀ ਭੀ ਸੱਚ, ਤੂੰ ਵੀ ਸੱਚ ਹੋ ਜਾਏਗਾ। ਕਿਵੇਂ? ਜਦੋਂ ਝੂਠ ਨੂੰ ਛੱਡਦਾ ਜਾਏਗਾ। ਕਿਉਂਕਿ ਸੱਚ ਨੂੰ ਸਿੱਧਾ ਤੁਸੀਂ ਨਹੀਂ ਜਾਣ ਸਕਦੇ, ਕਿਉਂਕਿ ਉਹਨੂੰ ਜਾਣਨ ਦੇ ਲਈ ਸੱਚ ਹੀ ਹੋਣਾ ਪਏਗਾ। ਪਰ ਅਸੀਂ ਕੀ ਹਾਂ? ਅਸੀਂ ਝੂਠ ਹਾਂ। ਸੋ ਝੂਠ ਨੂੰ ਤੋੜਨਾ ਹੈ, ਝੂਠ ਨੂੰ ਛੱਡਣਾ ਹੈ, ਝੂਠ ਨੂੰ ਗਲਾਉਣਾ ਹੈ। ਅਤੇ ਝੂਠ ਕੀ ਹੈ? ਸਾਡਾ ਹੋਣਾ ਮਾਤਰ ਝੂਠ ਹੈ। ਜੋ ਅਸੀਂ ਆਪਣੇ ਆਪ ਨੂੰ ਮੰਨਿਆ ਹੋਇਆ ਸਭ ਝੂਠ ਹੈ। ਸਾਡੇ ਨਾਤੇ, ਰਿਸ਼ਤੇ, ਕੰਮ ਕਾਜ ਸਭ ਝੂਠ ਹੈ।
ਪਰ ਸਾਨੂੰ ਇਹਨਾਂ ਝੂਠਾਂ ਦੇ ਵਿੱਚ ਬੜਾ ਰਸ ਹੈ। ਅਸੀਂ ਇਸੇ ਝੂਠ ਨੂੰ ਸੱਚ ਮੰਨਿਆ ਹੋਇਆ, ਇਸੇ ਕਰਕੇ ਦੁੱਖ ਹੈ ਜ਼ਿੰਦਗੀ 'ਚ। ਸੋ ਇਸੇ ਤਰੀਕੇ ਨਾਲ ਜਿਵੇਂ ਕੋਈ ਮਨੁੱਖ ਅੱਖਾਂ ਤੋਂ ਅੰਨਾ ਹੋਏ ਅਤੇ ਆਪਣੇ ਆਪ ਨੂੰ ਕਿਸੇ ਬੰਦ ਕਮਰੇ 'ਚ ਬੈੱਡ 'ਤੇ ਸੁੱਤਾ ਪਿਆ ਅਤੇ ਬਾਹਰ ਸੂਰਜ ਚੜ੍ਹਿਆ ਹੋਇਆ। ਹੁਣ ਉਹਨੂੰ ਸੂਰਜ ਤਾਂ ਹਮੇਸ਼ਾ ਚੜ੍ਹਿਆ ਹੋਇਆ, ਪਰ ਉਹਨੂੰ ਕੀ ਕਰਨਾ ਪਏਗਾ, ਉਹਨੂੰ ਐਫਰਟ ਕੀ ਕਰਨਾ ਪਏਗਾ ਸੂਰਜ ਨੂੰ ਜਾਣਨ ਦੇ ਲਈ? ਪਹਿਲਾਂ ਤਾਂ ਉਹਨੂੰ ਅੱਖਾਂ ਆਪਣੀਆਂ ਠੀਕ ਕਰਨੀਆਂ ਪੈਣਗੀਆਂ, ਫਿਰ ਉਸ ਕਮਰੇ ਤੋਂ ਬਾਹਰ ਆਉਣਾ ਪਏਗਾ ਅਤੇ ਸੂਰਜ ਸਾਹਮਣੇ ਖੜ੍ਹਾ, ਉਹਦਾ ਦੀਦਾਰ ਉਹ ਕਰ ਸਕਦਾ। ਇਸੇ ਤਰੀਕੇ ਨਾਲ ਸੱਚ ਨੂੰ ਜਾਣਨ ਦੇ ਲਈ ਕੀ ਕਰਨਾ ਪਏਗਾ? ਸਾਨੂੰ ਇਹ ਪਹਿਲਾਂ ਮੰਨਣਾ ਪਏਗਾ ਕਿ ਅਸੀਂ ਝੂਠ ਹਾਂ, ਸਾਡੇ ਕੋਲ ਅੱਖਾਂ ਨਹੀਂ। ਫਿਰ ਆਪਣੇ ਜਿਹੜੇ ਮਨ ਦਾ ਕਮਰਾ ਹੈ, ਉਸ ਕਮਰੇ ਤੋਂ ਬਾਹਰ ਨਿਕਲਣਾ ਪਏਗਾ। ਆਪਣੇ ਮਨ ਦੀਆਂ ਵਿਚਾਰਾਂ, ਧਾਰਨਾਵਾਂ, ਸਿਧਾਂਤ, ਜੋ ਵੀ ਅਸੀਂ ਆਪਣੇ ਆਪ ਨੂੰ ਮੰਨਿਆ ਹੋਇਆ, ਸਮਝਿਆ ਹੋਇਆ, ਮੇਰਾ ਧਰਮ, ਮੈਂ ਬੰਦਾ ਹਾਂ, ਮੈਂ ਜਨਾਨੀ ਹਾਂ, ਮੈਂ ਨੀਚ ਹਾਂ, ਮੈਂ ਊਚ ਹਾਂ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਇਹ ਸਾਰੀਆਂ ਧਾਰਨਾਵਾਂ, ਇਹਨਾਂ ਤੋਂ ਬਾਹਰ ਨਿਕਲ ਕੇ ਜਦੋਂ ਅਸੀਂ ਦੇਖਾਂਗੇ ਅਤੇ ਸਾਨੂੰ ਸੱਚ ਦਾ ਦੀਦਾਰ ਹੋ ਜਾਏਗਾ। ਕਿਉਂਕਿ ਸੱਚ ਦੂਰ ਨਹੀਂ, ਸੱਚ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਹੈ ਭੀ ਹੁਣੇ ਹੀ ਹੈ, ਪਰ ਹੁਣ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਕਿਉਂਕਿ ਸਾਡੀਆਂ ਅੱਖਾਂ ਬੰਦ ਨੇ, ਅਸੀਂ ਆਪਣੇ ਮਨ ਦੇ ਕਮਰੇ ਦੇ ਅੰਦਰ ਸੁੱਤੇ ਪਏ ਹਾਂ। ਸੋ ਇਸੇ ਤਰੀਕੇ ਨਾਲ ਇਸੇ ਦੋਵਾਂ ਪੰਕਤੀਆਂ 'ਚ ਗੁਰੂ ਸਾਹਿਬ ਜੀ ਨੇ ਸੱਚ ਦੇ ਬਾਰੇ ਵੀ ਸਾਨੂੰ ਦੱਸ ਦਿੱਤਾ ਅਤੇ ਇਹ ਵੀ ਦੱਸ ਦਿੱਤਾ ਕਿ ਝੂਠ ਕੀ ਹੈ। ਦੋਨੇ ਹੀ ਚੀਜ਼ਾਂ ਇਕੱਠੀਆਂ ਸਾਨੂੰ ਦੱਸ ਦਿੱਤੀਆਂ ਨੇ। ਹੁਣ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਝੂਠ ਵਿੱਚ ਹੀ ਜਿਉਣਾ ਹੈ ਕਿ ਜਾਂ ਅਸੀਂ ਉਸ ਸੱਚ ਨੂੰ ਜਾਣਨਾ ਹੈ ਜੋ ਹਰ ਵੇਲੇ ਮੌਜੂਦ ਹੈ, ਸਾਡੇ ਸਾਹਮਣੇ ਹੈ, ਪਰ ਕਿਉਂਕਿ ਅਸੀਂ ਸੁੱਤੇ ਹੋਏ ਹਾਂ, ਸਾਨੂੰ ਕੁਝ ਗਿਆਨ ਨਹੀਂ, ਸਾਨੂੰ ਕੁਝ ਪਤਾ ਨਹੀਂ।